ਹੁਣ ਤੁਸੀਂ ਦੇਖੋ ਤਿੰਨੋਂ ਬੰਦੇ ਇੱਕ ਚੋਰ ਚੇਤਨ ਵਜਾ ਉਹਨਾਂ ਨੇ ਅੱਗੇ ਲਾਇਆ ਡਾਕੂ ਜਿਹੜਾ ਠੱਗ ਹੈ। ਹੁਣ ਤੁਸੀਂ ਦੇਖੋ ਤਿੰਨੋਂ ਬੰਦੇ ਇੱਕ ਚੋਰ ਚੇਤਨ ਵਜਾ ਉਹਨਾਂ ਨੇ ਅੱਗੇ ਲਾਇਆ ਡਾਕੂ ਜਿਹੜਾ ਠੱਗ ਹੈ। ਐਮਐਲਏ ਸਾਹਿਬ मैं सारे लुधियाना वासियों ਨੂੰ ਦੱਸਣਾ ਚਾਹੂੰਗਾ ਕਿ ਐਮਐਲਏ ਸਾਹਿਬ ਮੈਨੂੰ ਡਾਕੂ ਕਿਉਂ ਕਹਿੰਦੇ ਆ। ਐਮਐਲਏ ਸਾਹਿਬ ਮੈਨੂੰ ਇਸ ਕਰਕੇ ਡਾਕੂ ਕਹਿੰਦੇ ਆ ਕਿਉਂਕਿ ਉਹ ਮੇਰੇ ਘਰ ਦੇ ਵਿੱਚ ਡਾਕਾ ਨਹੀਂ ਮਾਰ ਸਕੇ। ਐਮਐਲਏ ਸਾਹਿਬ ਮੈਨੂੰ ਬਲੈਕਮੇਲਰ ਇਸ ਕਰਕੇ ਕਹਿੰਦੇ ਆ ਉਹ ਮੈਨੂੰ ਬਲੈਕਮੇਲ ਨਹੀਂ ਕਰ ਸਕੇ। मैं सबूतां दे आधार ते गल करांगा, बगैर गल तो कोई नहीं गल करांगा। एमएलए साहब क्या ये तुहाडी आवाज ही है? मैं भाजी घर ही सीगा जी। मेरी ना टिब्बा रोड ऑफिस आओ तो भाजी आ गए जी। कल आना? अच्छा जी, आ गए जी, आ गए। 15 मिनट च आ गए। ਐਮਐਲਏ ਸਾਹਿਬ ਹੁਣ ਕਿਆ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਦੱਸ ਦਵਾਂ ਕਿ ਤੁਸੀਂ ਮੈਨੂੰ ਇਕੱਲੇ ਕਿਉਂ ਬੁਲਾਉਂਦੇ ਸੀ? ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਾਰਟ 2 ਦੀ ਰਿਕਾਰਡਿੰਗ ਨਾ ਖੋਲਾਂ ਕਿ ਤੁਹਾਡੇ ਪਿਛਲੇ ਕਮਰੇ ਦੇ ਵਿੱਚ ਬਹਿ ਕੇ ਛੋਟੇ ਕਮਰੇ 'ਚ ਬਹਿ ਕੇ ਤੁਹਾਡੀ ਮੇਰੀ ਕੀ ਗੱਲ ਹੋਈ ਸੀ, मेरे को सारी रिकॉर्डिंग पई है। जेकर तुसीं चाहते हो कि मैं तुहाडी रिकॉर्डिंग ना खोलां, किते ना किते रिश्तेदारी का लिहाज रख लवां, अज तो बाद ये मेरे खिलाफ जिहड़ी तुसीं भाषा इस्तेमाल करते हो ये भाषा नहीं इस्तेमाल करनी। साडे सैक्टर 32 दे कोल जिहड़ी जेल है, जेल दे मगरले पासे जिहड़ी अवैध कलोनी कट्टी गई है, जल्द उहदे बयाने इकट्ठे करांगा और बयाने इकट्ठे करके CBI जांच मैं लवाऊंगा। नकली ਤੁਹਾਨੂੰ ਨਕਲੀ ਲਫ਼ਜ਼ ਜਿਹੜਾ ਤੁਸੀਂ ਇਸਤੇਮਾਲ ਕਰਦੇ ਹੋ, ਨਕਲੀ ਇਹਨਾਂ ਦੀ ਕਿਤਾਬ ਹੈ। ਇਹਨਾਂ ਦੇ ਦਿਮਾਗ ਦੇ ਵਿੱਚ ਨਕਲੀ ਲਫ਼ਜ਼ ਜਿਹੜਾ ਵੜਿਆ ਹੋਇਆ ਹੈ ਉਹ ਕਿਤਾਬ ਕਰਕੇ ਵੜਿਆ ਹੋਇਆ ਹੈ। ਜਿਹੜੀ ਫਰਮ ਤੇ FIR ਦਰਜ ਹੁੰਦੀ ਹੈ ਉਸੇ ਫਰਮ ਵੱਲੋਂ ਜਦੋਂ ਉਸੇ ਫਰਮ ਵੱਲੋਂ ਅਗਲੀ 14 ਅਪ੍ਰੈਲ ਨੂੰ ਇਹਨਾਂ ਦੀ ਇਸ਼ਤਿਹਾਰ ਦੀ ਐਡ ਲਵਾਈ ਜਾਂਦੀ ਹੈ ਉਸ ਬੰਦੇ ਵੱਲੋਂ। ਫਿਰ ਮੈਨੂੰ ਇਹ ਦੱਸੋ, ਸਾਬਤ ਕਰੋ ਕਿ ਇਹ ਲੋਕ ਜਿਹੜੇ ਵਿਧਾਇਕ ਸਾਹਿਬ ਹੈ ਇਹਨਾਂ ਫੈਕਟਰੀ ਵਾਲਿਆਂ ਨੂੰ ਕਿਉਂ ਬਚਾਉਣਾ ਚਾਹੁੰਦੇ ਆ। जेकर उन्होंने कोई कॉपी करेगा क्या रेड होनी जरूरी नहीं है? फिर जो उन्होंने कॉपी होएगी ये MLA साहब की कहेंगे कि हीरो साइकिल का नकली साइकिल बना लो, A1 साइकिल का नकली साइकिल बना लो, मोंटी कार्लो का नकली ट्रैक सूट बना लो। मैं MLA हाँ, मेरे खर्चे पूरे करो, मैनू महीने दो। कोई कुछ साथियों वालों, मेरे वालों भी नहीं, मेरे साथियों वालों जो कोई इन्हों के किसी जीजे दे रेड होगी, इन्हों के किसी दोस्त के जीजे दे रेड होगी, उत्थों साडा जिहड़ा रोला शुरू होया। इन्होंने कहा कि मुकदमा नहीं दर्ज करना। क्यों नहीं करना? वाए जब एक बंदा नकली माल बनाता वै, नकली माल बनाने की जो पढ़न की जिहदे कोल अथॉरिटी है तो तुहाडे कोल काहदी अथॉरिटी है उहनूं छुड़ाउण दी? ਤੁਹਾਡੇ ਕੋਲ ਅਥਾਰਟੀ ਹੈਗੀ ਹੈ? ਕਿਹੜੀ ਬਿਲਕੁਲ ਹੈਗੀ ਹੈ। ਸਾਨੂੰ ਕੋਈ ਅਥਾਰਟੀ ਸਾਡੀ MLA ਸਾਹਿਬ ਦੀ ਜਿਹੜੀ 4000 ਕਰੋੜ ਦੀ ਕਿਤਾਬ ਨਕਲੀ ਹੈ, ਸਾਡੀ ਉੱਦਾਂ ਦੀ ਕੋਈ ਅਥਾਰਟੀਆਂ ਨਕਲੀ ਥੋੜ੍ਹਾ ਹੈਗੀਆਂ। ਇਹ ਬਾਰ-ਬਾਰ ਕਹਿੰਦੇ CBI ਜੇ CBI ਜਾਂਚ ਜਿਸ ਦਿਨ ਮੈਂ ਲਵਾਈ ਉਧਰ ਭਾਜੜਾ ਪਵਾ ਦੂੰਗਾ। ਕਿਆ ਤੁਹਾਨੂੰ ਛੋੜ ਦੇ ਵਿੱਚ ਗੱਲ ਦੱਸ ਦਿੰਦਾ ਕਿ MLA ਸਾਹਿਬ ਨੇ ਜਿਹੜੀ 12 ਜੁਲਾਈ 2019 ਨੂੰ ਜਿਹੜੀ ਰਾਤ ਨੂੰ ਪੈਲਸ ਦੇ ਵਿੱਚ ਇਹਨਾਂ ਨੇ ਆਪਣੇ ਹੱਥ ਨਾਲ ਗੱਠ ਮਾਰੀ ਸੀਗੀ, ਉਹ ਮੈਂ ਐਸੀ ਗੱਠ ਮਾਰਤੀ ਹੈ ਜਿਹੜੀ ਹੁਣ ਮੂੰਹ ਤੇ ਦੰਦਾਂ ਨਾਲ ਨਹੀਂ ਖੁੱਲਦੀ ਪਈ ਇਹਨਾਂ ਤੋਂ। ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਸੋ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਆਏ ਹਾਂ। ਵੱਡੀ ਅਪਡੇਟ ਹੈਗੀ ਹੈ ਜਿੱਦਾਂ ਚੁਣਾਵ ਦਾ ਮਾਹੌਲ ਭਖਦਾ ਜਾ ਰਿਹਾ, ਉੱਦਾਂ ਹੀ ਆਰੋਪ ਪ੍ਰਤਿਆਰੋਪ ਦਾ ਜਿਹੜਾ ਦੌਰ ਹੈ ਉਹ ਵੀ ਚੱਲ ਰਿਹਾ। ਸੋ ਇੱਕ ਵਾਰੀ ਫਿਰ ਜਿਹੜਾ ਹੈਗਾ ਜਿਹੜੇ ਲੁਧਿਆਣਾ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਹੈ ਸੰਜੇ ਤਲਵਾਰ, ਉਹਨਾਂ 'ਤੇ ਫਿਰ ਇੱਕ ਵਾਰੀ ਆਰੋਪ ਲੱਗ ਰਿਹਾ। ਸੋ ਲਗਾਤਾਰ ਜਿਹੜੇ ਆਰੋਪਾਂ ਦਾ ਮਾਹੌਲ ਚੱਲ ਰਿਹਾ ਹੈ। ਚੇਤਨ ਬਵੇਜਾ ਜੀ ਨਾਲ ਇੱਕ ਲਗਾਤਾਰ ਵਾਕ ਯੁੱਧ, ਜਿਵੇਂ ਕਹਿੰਦੇ ਆ ਕਿ ਸ਼ਬਦਾਵਲੀ ਦਾ ਇੱਕ ਯੁੱਧ ਚੱਲ ਰਿਹਾ ਹੈ। ਲਗਾਤਾਰ ਆਰੋਪ ਪ੍ਰਤਿਆਰੋਪ ਲੱਗ ਰਿਹਾ। ਸੋ ਇੱਕ ਵਾਰੀ ਫਿਰ ਅਸੀਂ ਪਹੁੰਚੇ ਚੇਤਨ ਬਵੇਜਾ ਜੀ ਕੋਲ। ਸੋ ਗੱਲਬਾਤ ਕਰਦੇ ਹਾਂ। ਇਹਨਾਂ ਵੱਲੋਂ ਆਪਣੀ ਗੱਲ ਰੱਖਣੀ ਚਾਹੁੰਦੇ ਸੀਗੇ, ਸੋ ਇੱਕ ਵਾਰੀ ਗੱਲ ਕਰਦੇ। ਸਰ ਨਮਸਕਾਰ ਜੀ। ਨਮਸਕਾਰ, ਜੈ ਸ਼ਿਵ ਸ਼ੰਕਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਰ ਪਹਿਲਾਂ ਤਾਂ ਸੌਰੀ ਤੁਸੀਂ ਸਾਨੂੰ ਬੁਲਾ ਰਹੇ ਸੀ, ਅਸੀਂ ਡਿਲੇ ਹੋ ਗਏ ਕਿਉਂਕਿ ਥੋੜ੍ਹਾ ਚੁਣਾਵਾਂ ਦਾ ਮਾਹੌਲ ਹੈ, ਅਸੀਂ ਨਹੀਂ ਆ ਪਾ ਰਹੇ। ਤੁਸੀਂ ਜਿਹੜੇ MLA ਦੇ ਕੈਂਡੀਡੇਟ ਹੈ ਉਹਨਾਂ ਦੀ ਤਾਂ ਚਲੋ ਤੁਸੀਂ ਕਰ ਲੈਂਦੇ ਹੋ ਬਾਈਟ, ਮਗਰ ਜਦੋਂ ਸਾਡੇ ਖਿਲਾਫ ਬੋਲਦੇ ਆ ਘੱਟੋ ਘੱਟ ਸਾਡਾ ਵੀ ਬਿਆਨ ਵਿੱਚ ਪਾਇਆ ਕਰੋ, ਸਾਡੀ ਵੀ ਗੱਲ ਸੁਣਿਆ ਕਰੋ।
ਸਰ ਕਰਦੇ ਆ ਐਕਚੁਅਲੀ ਕੀ ਸੀਗਾ ਕਿ ਡਿਊਰਿੰਗ ਤੁਹਾਡਾ ਜਦੋਂ ਤੁਸੀਂ ਬੋਲਦੇ ਹੋ ਤੇ ਸਾਨੂੰ ਵਰਸ਼ਨ ਲੈਣਾ ਪੈਂਦਾ ਤਾਂ ਉਹੀ ਬਸ ਉਹਦੇ ਵਿੱਚ ਹੀ ਚੱਲ ਗਿਆ ਜੀ ਜੋ ਮੈਂ ਤਾਂ ਸੱਚ ਬੋਲ ਰਿਹਾ ਜੀ। ਲੁਧਿਆਣਾ ਹਲਕਾ ਪੂਰਬੀ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਔਰ ਐਮਐਲਏ ਸੰਜੇ ਤਲਵਾੜ ਵੱਲੋਂ ਜਿਹੜੀ 4000 ਕਰੋੜ ਦੀ ਨਕਲੀ ਕਿਤਾਬ ਛਾਪੀ ਗਈ ਹੈ, ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਕਿਤੇ ਗਲਤ ਹਾਂ ਤੇ ਉਹ ਉੱਠ ਕੇ ਬਿਆਨ ਕਿਉਂ ਨਹੀਂ ਕਰਦੇ? 4000 ਕਰੋੜ ਦੀ ਕਿਤਾਬ ਬਾਰੇ ਕਿਉਂ ਨਹੀਂ ਗੱਲ ਕਰਦੇ ਹੋ? ਚਲੋ ਚੇਤਨ ਜੀ ਦੇਖੋ ਇੱਦਾਂ ਹੈ, ਅੱਜ ਮੁੱਦਾ ਉਹ ਨਹੀਂ ਹੈ। ਅੱਜ ਜਿਸ ਚੀਜ਼ ਲਈ ਤੁਸੀਂ ਸਾਨੂੰ ਬੁਲਾਇਆ ਕਿ ਤੁਹਾਨੂੰ ਲਗਾਤਾਰ ਉਹ ਤੁਹਾਡੇ 'ਤੇ ਆਰੋਪ ਲਗਾ ਰਿਹਾ ਕਿ ਤੁਹਾਡੇ ਲਈ ਸ਼ਬਦਾਵਲੀ ਵਰਤੀ ਜਾ ਰਹੀ ਹੈ, ਤੁਹਾਨੂੰ ABCD ਕੁਝ ਕਿਹਾ ਜਾ ਰਿਹਾ ਹੈਗਾ। ਸੋ ਅਸੀਂ ਨਹੀਂ ਸਮਝਦੇ ਕਿ ਸਾਨੂੰ ਮੈਂ ਦੱਸ ਦਿੰਦਾ ਕਿਹੜੀ ਸ਼ਬਦਾਵਲੀ ਯੂਜ਼ ਕਰ ਰਹੇ ਆ। ਮੈਂ ਸ਼ਬਦਾਵਲੀ ਦਾ ਨਾਲ ਕਾਰਨ ਵੀ ਦੱਸਾਂਗਾ। ਐਮਐਲਏ ਸਾਹਿਬ, ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹੂੰਗਾ ਕਿ ਐਮਐਲਏ ਸਾਹਿਬ ਮੈਨੂੰ ਡਾਕੂ ਕਿਉਂ ਕਹਿੰਦੇ ਆ। ਐਮਐਲਏ ਸਾਹਿਬ ਮੈਨੂੰ ਇਸ ਕਰਕੇ ਡਾਕੂ ਕਹਿੰਦੇ ਆ ਕਿਉਂਕਿ ਉਹ ਮੇਰੇ ਘਰ ਦੇ ਵਿੱਚ ਡਾਕਾ ਨਹੀਂ ਮਾਰ ਸਕੇ ਜੀ। ਐਮਐਲਏ ਸਾਹਿਬ ਮੈਨੂੰ ਬਲੈਕਮੇਲਰ ਇਸ ਕਰਕੇ ਕਹਿੰਦੇ ਆ, ਉਹ ਮੈਨੂੰ ਬਲੈਕਮੇਲ ਨਹੀਂ ਕਰ ਸਕੇ। ਮੈਂ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗਾ, ਬਗੈਰ ਗੱਲ ਤੋਂ ਕੋਈ ਨਹੀਂ ਗੱਲ ਕਰਾਂਗਾ। ਐਮਐਲਏ ਸਾਹਿਬ, ਕਿਆ ਇਹ ਤੁਹਾਡੀ ਆਵਾਜ਼ ਹੀ ਹੈ? ਤੁਸੀਂ ਤਾਂ ਕਿੱਥੇ ਹੋ? ਮੈਂ ਭਾਜੀ ਘਰ ਹੀ ਸੀਗਾ ਜੀ। ਮੇਰੀ ਨਾ ਪੀਪਲ ਰੋਡ ਆਫਿਸ ਆਓ ਦੱਸੋ ਭਾਜੀ। ਆ ਗਿਆ ਜੀ, ਕੱਲੇ ਆ ਨਾ? ਅੱਛਾ ਜੀ, ਆ ਗਿਆ ਜੀ, ਆ ਗਿਆ 15 ਮਿੰਟ ਚ ਆ ਗਿਆ ਜੀ। ਐਮਐਲਏ ਸਾਹਿਬ, ਹੁਣ ਕਿਆ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਦੱਸ ਦਵਾਂ ਕਿ ਤੁਸੀਂ ਮੈਨੂੰ ਇਕੱਲੇ ਕਿਉਂ ਬੁਲਾਉਂਦੇ ਸੀ? ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਾਰਟ 2 ਦੀ ਰਿਕਾਰਡਿੰਗ ਨਾ ਖੋਲਾਂ ਕਿ ਤੁਹਾਡੇ ਪਿਛਲੇ ਕਮਰੇ ਦੇ ਵਿੱਚ ਬਹਿ ਕੇ, ਛੋਟੇ ਕਮਰੇ 'ਚ ਬਹਿ ਕੇ ਤੁਹਾਡੀ ਮੇਰੀ ਕੀ ਗੱਲ ਹੋਈ ਸੀ, ਮੇਰੇ ਕੋਲ ਸਾਰੀ ਰਿਕਾਰਡਿੰਗ ਪਈ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਰਿਕਾਰਡਿੰਗ ਨਾ ਖੋਲਾਂ, ਕਿਤੇ ਨਾ ਕਿਤੇ ਰਿਸ਼ਤੇਦਾਰੀ ਦਾ ਲਿਹਾਜ਼ ਰੱਖ ਲਵਾਂ, ਅੱਜ ਤੋਂ ਬਾਅਦ ਇਹ ਮੇਰੇ ਖਿਲਾਫ ਜਿਹੜੀ ਤੁਸੀਂ ਭਾਸ਼ਾ ਇਸਤੇਮਾਲ ਕਰਦੇ ਹੋ, ਇਹ ਭਾਸ਼ਾ ਨਹੀਂ ਇਸਤੇਮਾਲ ਕਰਨੀ। ਦੂਜੀ ਗੱਲ, ਇਹ ਮੈਨੂੰ ਕਹਿੰਦੇ ਆ ਕਿ ਮੈਂ ਦੀ ਚੇਤਨ ਬਵੇਜਾ ਦੀ CBI ਜਾਂਚ ਕਰਾਵਾਂਗਾ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਦੋਂ ਕਰਾਓਗੇ ਕਿ ਨਹੀਂ ਕਰਾਓਗੇ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਕਿ ਤੁਹਾਡੀ CBI ਜਾਂਚ ਜਿਹੜੀ ਹੈ ਲੁਧਿਆਣਾ ਹਲਕਾ ਪੂਰਬੀ ਦੇ ਵਿੱਚ ਜਦ ਦੇ ਤੁਸੀਂ ਵਿਧਾਇਕ ਬਣੇ ਹੋ 5 ਸਾਲ ਦੇ ਦੌਰਾਨ ਕਿੰਨੀਆਂ ਅਵੈਧ ਕਲੋਨੀਆਂ ਕੱਟੀਆਂ ਗਈਆਂ, ਉਹਨਾਂ ਅਵੈਧ ਕਲੋਨੀਆਂ ਦੇ ਉੱਤੇ ਕਿਹੜੇ ਲੋਕਾਂ ਨੇ ਬਿਆਨਿਆਂ ਦੇ ਸਾਈਨ ਕੀਤੇ ਆ, ਕਿਹੜੇ ਲੋਕਾਂ ਨੇ ਜੱਟਾਂ ਨਾਲ ਐਗਰੀਮੈਂਟ ਕੀਤੇ ਆ। ਸਾਡੇ ਸੈਕਟਰ 32 ਦੇ ਕੋਲ ਜਿਹੜੀ ਜੇਲ੍ਹ ਹੈ, ਜੇਲ੍ਹ ਦੇ ਮਗਰਲੇ ਪਾਸੇ ਜਿਹੜੀ ਅਵੈਧ ਕਲੋਨੀ ਕੱਟੀ ਗਈ ਹੈ, ਜਲਦ ਉਹਦੇ ਬਿਆਨੇ ਇਕੱਠੇ ਕਰਾਂਗਾ ਔਰ ਬਿਆਨੇ ਇਕੱਠੇ ਕਰਕੇ CBI ਜਾਂਚ ਮੈਂ ਲਵਾਉਂਗਾ। ਔਰ ਦੂਜੀ ਗੱਲ, ਜਿਹੜੀ ਤੁਸੀਂ ਸਾਨੂੰ ਕਹਿੰਦੇ ਹੋ ਕਿ ਕਾਪੀਰਾਈਟ ਦੀ ਰੇਟ ਨਹੀਂ ਮਾਰਨੀ, ਉਹ ਨਕਲੀ ਹੈ। ਨਕਲੀ ਤੁਹਾਨੂੰ ਨਕਲੀ ਲਫ਼ਜ਼ ਜਿਹੜਾ ਤੁਸੀਂ ਇਸਤੇਮਾਲ ਕਰਦੇ ਹੋ, ਨਕਲੀ ਇਹਨਾਂ ਦੀ ਕਿਤਾਬ ਹੈ। ਇਹਨਾਂ ਦੇ ਦਿਮਾਗ ਦੇ ਵਿੱਚ ਨਕਲੀ ਲਫ਼ਜ਼ ਜਿਹੜਾ ਵੜਿਆ ਹੋਇਆ ਹੈ, ਉਹ ਕਿਤਾਬ ਕਰਕੇ ਵੜਿਆ ਹੋਇਆ ਹੈ। ਜੀ ਸਰ, ਕੁੱਲ ਮਿਲਾ ਕੇ ਉਹ ਤੁਹਾਨੂੰ ਚੋਰ ਠੱਗ ਕਹਿ ਰਹੇ ਆ ਸਰੇਆਮ, ਜਿਸ ਚੀਜ਼ ਲਈ ਤੁਸੀਂ ਸਾਨੂੰ ਬੁਲਾਇਆ ਉਹ ਕੀ ਹੈ? ਕਿ ਕਿਉਂ ਦੱਸ ਤੇ ਦਿੱਤਾ ਕਿ ਉਹ ਮੈਨੂੰ ਡਾਕੂ ਕਹਿੰਦੇ ਆ ਇਸ ਕਰਕੇ ਕਿ ਉਹ ਮੇਰੇ ਘਰ ਦੇ ਵਿੱਚ ਮੇਰੀ ਤਿਜੋਰੀ ਦੇ ਉੱਤੇ ਡਾਕਾ ਨਹੀਂ ਮਾਰ ਸਕੇ, ਇਸ ਕਰਕੇ ਉਹ ਡਾਕੂ ਕਹਿੰਦੇ। ਮੈਨੂੰ ਗੱਲ ਦੱਸੋ, ਇੱਕ ਬੰਦੇ ਦੇ ਉੱਤੇ ਜਦੋਂ ਅਸੀਂ FIR ਦਰਜ ਕਰਵਾਉਂਦੇ ਆ, MLA ਸਾਹਿਬ ਦੇ ਥਾਣੇ ਦੇ ਏਰੀਏ ਦੇ ਵਿੱਚ ਮੋਤੀ ਨਗਰ 'ਚ FIR ਦਰਜ ਹੁੰਦੀ ਹੈ 9/3/2018 ਨੂੰ। ਜਿਹੜੀ ਫਰਮ ਤੇ FIR ਦਰਜ ਹੁੰਦੀ ਹੈ, ਉਸੇ ਫਰਮ ਵੱਲੋਂ ਅਗਲੀ 14 ਅਪ੍ਰੈਲ ਨੂੰ ਇਹਨਾਂ ਦੀ ਇਸ਼ਤਿਹਾਰ ਦੀ ਐਡ ਲਵਾਈ ਜਾਂਦੀ ਹੈ ਉਸ ਬੰਦੇ ਵੱਲੋਂ। ਫਿਰ ਮੈਨੂੰ ਇਹ ਦੱਸੋ, ਸਾਬਤ ਕਰੋ ਕਿ ਇਹ ਲੋਕ ਜਿਹੜੇ ਵਿਧਾਇਕ ਸਾਹਿਬ ਹੈ, ਇਹਨਾਂ ਫੈਕਟਰੀ ਵਾਲਿਆਂ ਨੂੰ ਕਿਉਂ ਬਚਾਉਣਾ ਚਾਹੁੰਦੇ ਆ? ਉਹ ਤਾਂ ਕਹਿੰਦੇ ਹੀ ਹੈ, ਉਹ ਤਾਂ ਸਰੇਆਮ ਕਹਿ ਹੀ ਰਿਹਾ ਕਿ ਤੁਸੀਂ ਰੇਡਾਂ ਬਣਾਉਂਦੇ ਹੋ, ਬਲੈਕਮੇਲ ਕਰਦੇ ਹੋ, ਤਾਂ ਕਰਕੇ ਉਹ ਉਹਨਾਂ ਨੂੰ ਬਚਾਉਂਦੇ ਆ। ਤੁਸੀਂ ਸਾਡੇ ਲੁਧਿਆਣੇ ਦੇ ਵਿੱਚ A1 ਸਾਈਕਲ ਹੈ, ਹੀਰੋ ਸਾਈਕਲ ਹੈ, ਆਕਟੇਵ ਹੈ, ਮੌਂਟੀ ਕਾਰਲੋ ਹੈ, ਗਡੋਨੀ ਹੈ। ਤੁਹਾਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਆਪਣੇ ਲੋਕਲ ਲੈਵਲ ਦੇ ਬ੍ਰਾਂਡ, ਤਾਂ ਕਿ ਤੁਹਾਨੂੰ ਸਾਰੇ ਸਮਾਜ ਨੂੰ ਚੰਗੀ ਤਰ੍ਹਾਂ ਗੱਲ ਸਮਝ ਆ ਜਾਵੇ। ਜੇਕਰ ਉਹਨਾਂ ਦੀ ਕੋਈ ਕਾਪੀ ਕਰੇਗਾ, ਕਿਆ ਰੇਟ ਹੋਣੀ ਜ਼ਰੂਰੀ ਨਹੀਂ ਹੈ? ਫਿਰ ਜਦੋਂ ਉਹਨਾਂ ਦੀ ਕਾਪੀ ਹੋਏਗੀ, ਇਹ MLA ਸਾਹਿਬ ਕੀ ਕਹਿਣਗੇ ਕਿ ਹੀਰੋ ਸਾਈਕਲ ਦਾ ਨਕਲੀ ਸਾਈਕਲ ਬਣਾ ਲਓ, A1 ਸਾਈਕਲ ਦਾ ਨਕਲੀ ਸਾਈਕਲ ਬਣਾ ਲਓ, ਮੌਂਟੀ ਕਾਰਲੋ ਦੇ ਨਕਲੀ ਟਰੈਕ ਸੂਟ ਬਣਾ ਲਓ। ਮੈਂ MLA ਆ, ਮੇਰੇ ਖਰਚੇ ਪੂਰੇ ਕਰੋ, ਮੈਨੂੰ ਮਹੀਨੇ ਦਿਓ, ਕੋਈ ਦਿੱਕਤ ਨਹੀਂ ਹੈ, ਬਣਾ ਲਓ। ਕਿਆ ਤੁਸੀਂ ਇਦਾਂ ਕਹਿ ਸਕਦੇ ਹੋ? ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਜਾਲੀ ਮਾਲ ਬਣਾਉਣ ਵਾਲਿਆਂ ਤੇ ਰੇਡ ਭਾਈ ਸਾਹਿਬ ਜੀ, ਜਦੋਂ ਅਸੀਂ ਇਹਨਾਂ ਦੇ ਸਾਡੇ ਕੁਝ ਸਾਥੀਆਂ ਵੱਲੋਂ, ਮੇਰੇ ਵੱਲੋਂ ਵੀ ਨਹੀਂ, ਮੇਰੇ ਸਾਥੀਆਂ ਵੱਲੋਂ ਜਦੋਂ ਕੋਈ ਇਹਨਾਂ ਦੇ ਕਿਸੇ ਜੀਜੇ ਦੇ ਰੇਡ ਹੋ ਗਈ, ਇਹਨਾਂ ਦੇ ਕਿਸੇ ਦੋਸਤ ਦੇ ਜੀਜੇ ਦੇ ਰੇਡ ਹੋ ਗਈ, ਉੱਥੋਂ ਸਾਡਾ ਜਿਹੜਾ ਰੋਲਾ ਸ਼ੁਰੂ ਹੋਇਆ। ਅੱਛਾ, ਇਹਨਾਂ ਨੇ ਕਿਹਾ ਕਿ ਮੁਕੱਦਮਾ ਨਹੀਂ ਦਰਜ ਕਰਨਾ। ਕਿਉਂ ਨਹੀਂ ਕਰਨਾ? ਵਾਏ? ਓਕੇ, ਜਦ ਇੱਕ ਬੰਦਾ ਨਕਲੀ ਮਾਲ ਬਣਾਉਂਦਾ ਵੈ, ਨਕਲੀ ਮਾਲ ਬਣਾਉਣ ਦੀ ਫੜਨ ਦੀ ਜਿਹਦੇ ਕੋਲ ਅਥਾਰਟੀ ਹੈ, ਤੇ ਤੁਹਾਡੇ ਕੋਲ ਕਾਹਦੀ ਅਥਾਰਟੀ ਹੈ ਉਹਨੂੰ ਛੁਡਾਉਣ ਦੀ? ਤੁਹਾਡੇ ਕੋਲ ਅਥਾਰਟੀ ਹੈਗੀ ਹੈ? ਕਿਹੜੀ ਕੋਲ ਹੈਗੀ ਹੈ? ਸਾਨੂੰ ਕੋਈ ਅਥਾਰਟੀ, ਸਾਡੀ MLA ਸਾਹਿਬ ਦੀ ਜਿਹੜੀ 4000 ਕਰੋੜ ਦੀ ਕਿਤਾਬ ਨਕਲੀ ਹੈ, ਸਾਡੀ ਉਹਦਾ ਦੀ ਕੋਈ ਅਥਾਰਟੀਆਂ ਨਕਲੀ ਥੋੜ੍ਹਾ ਹੈਗੀਆਂ। ਇਹ ਬਾਰ-ਬਾਰ ਕਹਿੰਦੇ CBI ਜਾਂਚ, ਜਿਸ ਦਿਨ ਮੈਂ ਲਵਾਈ ਉਧਰ ਭਾਜੜਾ ਪਵਾ ਦੂੰਗਾ। ਦਿਖਾਓਗੇ ਸਾਨੂੰ ਕੀ ਹੈ ਅਥਾਰਟੀ? ਆਹ ਦੇਖੋ ਸਾਨੂੰ ਬਕਾਇਦਾ ਕੋਈ ਤੁਹਾਡੇ ਕੋਲ ਨਕਲੀ ਕਿਤਾਬ ਜਿਹੜੀ ਹੈ, ਅਸੀਂ ਘਰ ਜਾ ਕੇ ਨਹੀਂ ਏਦਾਂ ਵੰਡਦੇ ਜਿੱਦਾਂ ਤੁਸੀਂ ਵੰਡਦੇ ਪਿਓ। ਸਾਨੂੰ ਬਕਾਇਦਾ ਅਥਾਰਟੀ ਮੇਲ ਆਂਦੀ ਹੈ, MLA ਸਾਹਿਬ ਹਰ ਸਾਲ ਆਂਦੀ ਹੈ।
ਵੱਖਰੇ ਵੱਖਰੇ ਬ੍ਰਾਂਡਾਂ ਵੱਲੋਂ ਸਾਨੂੰ ਮੇਲ ਆਉਂਦੀ ਹੈ। ਤੁਹਾਡੇ ਕੋਲ ਢੋਲ ਵਜਾ ਕੇ ਗਲੀਆਂ 'ਚ ਜਾ ਕੇ ਅਸੀਂ ਨਕਲੀ ਕਿਤਾਬਾਂ ਨਹੀਂ ਵੰਡਦੇ, ਸਾਨੂੰ ਨਕਲੀ ਮੇਲਾਂ ਇੱਦਾਂ ਨਕਲੀ ਕਾਗਜ਼ ਸਾਡੇ ਆ, ਸਾਡੇ ਘਰਾਂ 'ਚ ਜਾ ਕੇ ਢੋਲ ਵਜਾ ਕੇ ਨਹੀਂ ਕੰਪਨੀ ਵਾਲੇ ਦੇ ਕੇ ਜਾਂਦੇ, ਇਹ ਬਕਾਇਦਾ ਮੇਲ ਆਉਂਦੀ ਹੈ। ਸਰ ਹਜੇ ਤੁਸੀਂ ਜਿਵੇਂ ਜਿਹੜਾ ਤੁਸੀਂ ਫਿਰ ਜਿਹੜਾ ਰੇਡ ਮਾਰਦੇ ਹੋ, ਜਿਹੜਾ ਤੁਹਾਡਾ ਇੱਕ ਪ੍ਰੋਫੈਸ਼ਨ ਹੈ ਤੁਸੀਂ ਕਹਿ ਰਹੇ ਹੋ, ਇਹ ਕਿਹੜੀ ਕੰਪਨੀ ਦੇ ਨਾਲ ਤੁਹਾਡਾ ਐਗਰੀਮੈਂਟ, ਕਿਹੜੀ ਕੰਪਨੀ ਦੇ ਬਿਹਾਫ ਸਰ ਤੇ? ਐਦਾਂ ਨਹੀਂ ਹੁੰਦਾ, ਇਹ ਲੀਗਲ ਕੰਪਨੀਆਂ ਹੁੰਦੀਆਂ ਦਿੱਲੀ ਦੇ ਵਿੱਚ, ਵੱਖਰੀਆਂ ਵੱਖਰੀਆਂ ਕੰਪਨੀਆਂ ਹੁੰਦੀਆਂ, ਵੱਖਰੇ ਵੱਖਰੇ ਬ੍ਰਾਂਡ ਹੁੰਦੇ ਆ। ਕੋਈ ਬ੍ਰਾਂਡ ਕਿਸ ਟਾਈਮ ਕਿਹੜੇ ਲੀਗਲ ਐਡਵਾਈਜ਼ਰ ਕੋਲ ਆ ਜਾਂਦਾ ਹੈ, ਕਦੀ ਬ੍ਰਾਂਡ ਕਿਸੇ ਲੀਗਲ ਐਡਵਾਈਜ਼ਰ ਕੋਲ ਆ ਜਾਂਦਾ ਵੈ। ਸਾਡੀ ਲੀਗਲ ਫਰਮਾਂ ਹੁੰਦੀਆਂ, ਪ੍ਰੈਕਟੀਕਲੀ ਤੁਹਾਨੂੰ ਮੈਂ ਬਹਿ ਕੇ ਕਿਸੇ ਦਿਨ ਸਮਝਾਉਂਗਾ ਕਿ ਇਹ ਕਿਸ ਦਾ ਸਿਸਟਮ ਹੁੰਦਾ ਵੈ। ਇਹ ਸਾਨੂੰ ਮੇਲ ਆਉਂਦੀ ਹੈ, ਬਕਾਇਦਾ ਸਾਨੂੰ ਸਾਰੀਆਂ ਅਥਾਰਟੀਆਂ ਆਉਂਦੀਆਂ, ਅਸੀਂ ਫਿਰ ਉੱਥੋਂ ਅਪਰੂਵਲ ਲੈਂਦੇ ਆ ਵੀ ਕਿਹੜਾ ਫੈਕਟਰੀ ਵਾਲਾ ਨਕਲੀ ਮਾਲ ਬਣਾ ਰਿਹਾ, ਵੀ ਇਸੇ ਰੇਡ ਕਰਨਾ ਚਾਹੁੰਦੇ ਆ। ਸੋ ਜਿਹੜੀ ਰੇਡ ਵੀ ਹੈ ਇਹ ਸਿੱਧਾ ਕਰ ਦਿੰਦੇ ਹੋ ਜਾਂ ਇਸ ਤੋਂ ਪਹਿਲਾਂ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਣੀ ਪੈਂਦੀ ਹੈ ਸੰਬੰਧਿਤ ਥਾਣੇ ਨੂੰ ਜਾਂ ਕਿਸੇ ਨੂੰ? ਥਾਣੇ ਨੂੰ ਨਹੀਂ, ਅਸੀਂ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਸੀਂ ਇਨਫੋਰਮੇਸ਼ਨ ਦਿੰਨੇ ਆ। ਤੁਸੀਂ ਕਹਿਣ ਦਾ ਮਤਲਬ ਸਰ ਪ੍ਰੋਪਰ ਚੈਨਲ ਸਿਸਟਮ ਹੈ, ਇਹ ਕੋਈ ਇਹ ਨਹੀਂ ਹੈ ਕਿ ਚੇਤਨ ਬਵੇਜਾ ਦੇ ਘਰ ਦੀ ਕੰਪਨੀ ਹੈ, ਚੇਤਨ ਬਵੇਜਾ ਉੱਠਿਆ ਜਾ ਕੇ ਰੇਡ ਕਰ ਲਈ, ਕੋਈ ਏਦਾਂ ਦਾ ਸਿਸਟਮ ਨਹੀਂ ਹੈ। ਇਹਦੇ ਵਿੱਚ ਰੇਡਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਕ੍ਰਾਈਮ ਰੇਡ ਹੁੰਦੀ ਹੈ, ਇੱਕ ਐਲਸੀ ਰੇਡ ਹੁੰਦੀ ਹੈ। ਐਮਐਲਏ ਸਾਹਿਬ ਮੈਂ ਤੁਹਾਨੂੰ ਸਮਝਾ ਰਿਹਾ, ਸਮਝ ਲਓ, ਬਾਰ-ਬਾਰ ਜਿਹੜਾ ਤੁਸੀਂ ਬੇਵਕੂਫਾਂ ਵਾਂਗੂ ਗੱਲਾਂ ਕਰਦੇ ਹੋ ਲੋਕਾਂ ਨੂੰ, ਮੈਂ ਰੇਡਾਂ ਬੰਦ ਕਰਾਤੀਆਂ, ਬਲੈਕਮੇਲਰ ਤੁਸੀਂ ਮੈਨੂੰ ਕਰ ਰਹੇ ਸੀ ਬਲੈਕਮੇਲ, ਜਿਹੜਾ ਮੈਂ ਹੋਇਆ ਨਹੀਂ ਹਾਂ, ਠੀਕ ਹੈ ਨਾ। ਤੇ ਇਹਦੇ ਵਿੱਚ ਕੀ ਹੁੰਦਾ ਹੈ ਸਰ, ਵੀ ਇਹਦੇ ਨਾਲ ਐਲਸੀ ਰੇਡ ਹੁੰਦੀ ਹੈ, ਲੋਕਲ ਕਮਿਸ਼ਨਰ ਅਪੁਆਇੰਟ ਹੁੰਦਾ ਦਿੱਲੀ ਤੋਂ, ਬਕਾਇਦਾ ਕੋਰਟ ਦੇ ਆਰਡਰ ਹੁੰਦੇ ਆ, ਫਿਰ ਜਾ ਕੇ ਰੇਡ ਹੁੰਦੀ ਹੈ ਜਿਹੜੀ ਐਮਐਲਏ ਸਾਹਿਬ ਕਹਿੰਦੇ ਬੰਦ ਕਰਾ ਦਿਓ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਐਦਾਂ ਨਹੀਂ ਹੈ ਕਿ ਤੁਹਾਨੂੰ ਸਿਰਫ ਲੈਟਰ ਆ ਗਈ ਤੇ ਤੁਸੀਂ ਉੱਠ ਕੇ ਜਾ ਕੇ ਰੇਡ ਮਾਰ ਦਿਓ? ਰੇਡਾਂ ਹੁੰਦੀਆਂ ਵਾ, ਇੱਕ ਕ੍ਰਿਮੀਨਲ ਰੇਡ ਹੁੰਦੀ ਹੈ ਜਿਹਦੇ ਵਿੱਚ ਸਾਨੂੰ ਜਿਹੜੀਆਂ ਅਥਾਰਟੀ ਲੈਟਰ ਆਉਂਦੀਆਂ ਉਹਦੇ ਵਿੱਚ ਐਫਆਈਆਰ ਦਰਜ ਹੁੰਦੀ ਹੈ ਬਕਾਇਦਾ ਲੁਧਿਆਣੇ ਦੇ ਵਿੱਚ, ਉਹ ਸੰਬੰਧਿਤ ਥਾਣੇ ਕੋਲ ਜਾ ਕੇ ਜਿਹੜਾ ਵਾ ਬੰਦੇ ਨੂੰ ਉੱਥੋਂ ਦੀ ਰੇਡ ਹੁੰਦੀ ਹੈ, ਉੱਥੇ ਐਫਆਈਆਰ ਦਰਜ ਹੁੰਦੀ ਹੈ। ਇੱਕ ਹੁੰਦੀ ਹੈ ਐਲਸੀ ਰੇਡ ਜਿਹਨੂੰ ਕਹਿੰਦੇ ਲੋਕਲ ਕਮਿਸ਼ਨਰ ਰੇਡ, ਉੱਥੇ ਦਿੱਲੀ ਦੇ ਜਿਹੜੇ ਜੱਜ ਸਾਹਿਬ ਹੁੰਦੇ ਆ ਉਹਨਾਂ ਕੋਲ ਜਾ ਕੇ ਅਸੀਂ ਆਪਣੀ ਐਪਲੀਕੇਸ਼ਨ, ਸਾਡੇ ਵਕੀਲ ਲਗਾਉਂਦੇ ਆ ਕੰਪਨੀ ਦੇ, ਉਹ ਫਿਰ ਇੱਕ ਐਲਸੀ ਪੁਆਇੰਟ ਕਰਦੇ ਆ ਸਰ। ਇਹ ਲੋਕਲ ਕਮਿਸ਼ਨਰ ਪੁਆਇੰਟ ਹੋ ਜਾਂਦਾ ਵਾ, ਲੋਕਲ ਕਮਿਸ਼ਨਰ ਜਿਹੜਾ ਵਾ ਉਹ ਲੁਧਿਆਣੇ ਆਉਂਦਾ ਵਾ, ਉਸ ਤੋਂ ਬਾਅਦ ਉਹ ਫੈਕਟਰੀ ਦੇ ਵਿੱਚ ਵਿਜ਼ਿਟ ਕਰਦਾ ਵਾ, ਉਹ ਆਰਡਰਾਂ 'ਚ ਲਿਖਿਆ ਹੁੰਦਾ ਹੈ ਕਿ ਇਸ ਸੰਬੰਧਿਤ ਥਾਣੇ ਦੀ ਜਿਹੜੀ ਹੈ ਪੁਲਿਸ ਉਹਨੂੰ ਦਿੱਤੀ ਜਾਵੇ ਜੀ। ਸੋ ਮਤਲਬ ਤੁਹਾਡੇ ਕਹਿਣ ਦਾ ਮਤਲਬ ਪੁਲਿਸ ਦੇ ਸਾਥ ਦੇ ਨਾਲ ਰੇਡ ਮਾਰੀ ਜਾਂਦੀ ਹੈ, ਐ ਨਹੀਂ ਹੈ ਕਿ ਆਪਣੇ 10 ਬੰਦੇ ਪ੍ਰਾਈਵੇਟ ਬਾਡੀਗਾਰਡ ਲਿੱਤੇ ਤੇ ਰੇਡ ਮਾਰੀ। ਇਦਾਂ ਦਾ ਕੁਝ ਨਹੀਂ ਹੈ ਵੀ ਇਦਾਂ ਦੀ ਚੇਤਨ ਬਵੇਜੇ ਕੋਲ ਕੋਈ ਅਥਾਰਟੀ ਨਹੀਂ ਹੈ ਕਿ ਚੇਤਨ ਬਵੇਜਾ ਕੱਲਾ ਜਾ ਕੇ ਤੁਰ ਜਾਵੇ ਕਿਸੇ ਦੇ ਰੇਡ ਮਾਰਨ ਵਾਸਤੇ। ਬਕਾਇਦਾ ਕੰਪਨੀ ਦੀ ਪਰਮਿਸ਼ਨ ਹੁੰਦੀ ਹੈ, ਕੰਪਨੀ ਦੇ ਆਰਡਰ ਹੁੰਦੇ ਆ, ਲੀਗਲ ਪ੍ਰੋਸੈਸ ਹੁੰਦਾ ਹੈ ਸਰ, ਇਹਦੀਆਂ ਤਰੀਕਾਂ ਹੁੰਦੀਆਂ, ਲੋਕ ਅੱਗੇ ਤਰੀਕ ਭੁਗਤਦੇ ਆ। ਹੁਣ ਐਮਐਲਏ ਸਾਹਿਬ ਨੂੰ ਨੌਲੇਜ ਨਹੀਂ ਹੈ, ਇਹ ਤਾਂ ਸਿੱਧੀ ਗੱਲ ਕਰ ਦਿੰਦੇ ਆ। ਐਮਐਲਏ ਸਾਹਿਬ ਇਹ ਨਹੀਂ ਨਾ ਦੱਸਦੇ ਵੀ ਚੇਤਨ ਬਵੇਜੇ ਨੂੰ ਉਹਨਾਂ ਨੇ ਕਿਉਂ ਬੁਲਾਇਆ ਸੀ। ਜਿਹੜੀ ਚੇਤਨ ਬਵੇਜੇ ਨੇ ਰਿਕਾਰਡਿੰਗ ਜਿਹੜੀ ਭੇਜੀ ਹੈ, ਜੇਕਰ ਹੁਣ ਕੁਝ ਬਕਵਾਸਬਾਜ਼ੀ ਕੀਤੀ ਜਾਊਗੀ ਮੇਰੇ ਖਿਲਾਫ ਤੇ ਐਸੀ ਰਿਕਾਰਡਿੰਗ ਕੱਢੂੰਗਾ, ਇਹ ਮੁੜ ਕੇ ਸਾਰੀ ਟੀਮ ਜਿਹੜੀ ਹੈ ਘਰੋਂ ਬਾਹਰ ਨਿਕਲਣ ਜੋਗੀ ਨਹੀਂ ਰਹੇਗੀ। ਸਰ ਤੁਸੀਂ ਹੁਣੇ ਗੱਲਾਂ 'ਚ ਵੀ ਕਿਹਾ ਕਿ ਮੈਂ ਰਿਸ਼ਤੇਦਾਰੀ ਦਾ ਲਿਹਾਜ਼ ਕਰ ਰਿਹਾ, ਤੁਹਾਡੀ ਰਿਸ਼ਤੇਦਾਰੀ ਦਾ ਲਿਹਾਜ਼ ਮੈਂ ਉਦੋਂ ਤੱਕ ਕਰ ਰਿਹਾ ਸੀ ਜਦੋਂ ਤੱਕ ਇਹ ਵੀ ਲਿਹਾਜ਼ ਕਰ ਰਹੇ ਸੀ। ਜਦੋਂ ਇਹ ਮੇਰੇ ਸਿਰ ਤੇ ਚੜਨ ਲੱਗ ਗਏ, ਇਹ ਜ਼ਿਆਦੀ ਗੱਲਾਂ ਕਰਨ ਲੱਗ ਗਏ, ਤੇ ਫਿਰ ਰਿਸ਼ਤੇਦਾਰੀ ਦਾ ਲਿਹਾਜ਼ ਜਿਹੜਾ ਹੈ ਜੇ ਵੀ ਮੈਂ ਕੀਤਾ ਹੋਇਆ ਹੈ, ਜੇ ਮੈਂ ਸੈਕਿੰਡ ਪਾਰਟ ਜਿਹੜੀ ਹੈ ਰਿਕਾਰਡਿੰਗ ਖੋਲੀ ਨਹੀਂ ਹੈ, ਜਿਸ ਦਿਨ ਉਹ ਖੋਲ ਦਿਆਂਗਾ ਨਾ ਤੇ ਉਸ ਦਿਨ ਸਾਰੇ ਲਿਹਾਜ਼ ਖਤਮ ਹੋ ਜਾਣੇ ਆ। ਓਕੇ, ਹਾਂ। ਸੋ ਫਿਰ ਖੋਲਦੇ ਕਿਉਂ ਨਹੀਂ? ਅਗਲਾ ਤਾਂ ਤੁਹਾਨੂੰ ਸਰੇਆਮ ਚੋਰ, ਠੱਗ ਇਦਾਂ ਦੇ ਅਲਫਾਜ਼ ਤੁਹਾਡੇ ਲਈ ਆ। ਜਿਹੜਾ ਰਿਕਾਰਡਿੰਗ ਮੈਂ ਕੱਢ ਕੇ ਲੋਕਾਂ ਨੂੰ ਦਿਖਾ ਹੀ ਦਿੱਤਾ ਨਾ ਵੀ ਇਹਦੇ ਵਿੱਚ ਕੀ ਕਰਦਾ ਸੀ, ਸਾਰੀ ਦੁਨੀਆ ਨੇ ਸੁਣ ਲਈ ਇਹ ਗੱਲ ਵੀ ਇਹ ਮੈਨੂੰ ਫੋਨ ਕਰਕੇ ਬੁਲਾਉਂਦਾ ਸੀਗਾ। ਦਰਅਸਲ ਇਹ ਬੰਦਾ ਖਤਮ ਹੋ ਚੁੱਕਿਆ ਜੀ, 20 ਤੋਂ 25 ਹਜ਼ਾਰ ਦੀ ਲੀਡ ਤੋਂ ਹਾਰ ਰਿਹਾ ਵਾ। ਭੋਲੇ ਸ਼ੰਕਰ ਨੇ ਐਸਾ ਆਸ਼ੀਰਵਾਦ ਦੇ ਦਿੱਤਾ ਮੇਰੇ ਸਿਰ ਦੇ ਉੱਤੇ, ਜਿਹੜਾ ਅੱਤ ਔਰ ਅੰਤ ਦੇ ਵਿੱਚ ਜਿਹੜਾ ਬਿੰਦੀ ਦਾ ਫਰਕ ਹੁੰਦਾ ਹੈ, ਉਹ ਬਿੰਦੀ ਜਿਹੜੀ ਹੈ ਲੱਗ ਚੁੱਕੀ ਹੈ। ਤੇ ਚੇਤਨ ਦੀ, ਚਲੋ ਮੈਂ ਇੱਕ ਗੱਲ ਮੰਨਦਾ, ਉਹ ਕਹਿੰਦੇ ਹਰ ਕੋਈ ਵੀ ਝਗੜਾ ਹੁੰਦਾ, ਕੁਝ ਵੀ ਹੁੰਦਾ, ਉਹਦਾ ਐਂਡ ਜਿਹੜਾ ਹੁੰਦਾ ਉਹ ਟੇਬਲ 'ਤੇ ਹੀ ਬੈਠ ਕੇ ਨਿਕਲਦਾ। ਕਦੀ ਵੀ ਆਪਾਂ ਦੇਖਿਆ ਤਲਵਾਰਾਂ ਚੱਲਣ ਨਾਲ ਕਦੀ ਕਿਸੇ ਝਗੜੇ ਦਾ ਅੰਤ ਨਹੀਂ ਹੁੰਦਾ। ਕਿ ਜਿੰਨੀ ਤੁਹਾਡੀ ਯੁੱਧ ਮਤਲਬ ਚੱਲ ਪਿਆ ਸ਼ਬਦਾਵਲੀ ਦੇ ਵਿੱਚ, ਕਦੀ ਤੁਸੀਂ ਲਾਈਵ ਹੁੰਦੇ ਹੋ ਤੇ ਕਦੀ ਉਹ ਸਾਨੂੰ ਵਰਸ਼ਨ 'ਚ ਤੁਹਾਡੇ ਬਾਰੇ ਕੁਝ ਕਹਿ ਦਿੰਦੇ ਹੈਗੇ ਹੈ, ਤਾਂ ਕੁੱਲ ਮਿਲਾ ਕੇ ਕਦੀ ਇਹ ਨਹੀਂ ਹੋਇਆ ਕਿ ਇਸ ਦੌਰਾਨ ਅਗਲਾ ਵੀ ਇਲੈਕਸ਼ਨ ਲੜ ਰਿਹਾ ਹੈ, ਤੁਸੀਂ ਕਿਤੇ ਨਾ ਕਿਤੇ ਕਹਿ ਰਹੇ ਹੋ ਕਿ ਮੈਂ ਸੱਚਾਈ ਦਿਖਾ ਰਿਹਾ, ਮੈਂ ਕੋਈ ਝੂਠ ਤਾਂ ਬੋਲਿਆ ਨਹੀਂ ਹੋ, ਮੈਂ ਤਾਂ ਲੋਕਾਂ ਨੂੰ ਜਾਗਰੂਕ ਕਰ ਰਿਹਾ। 4000 ਕਰੋੜ ਦੀ ਕਿਤਾਬ ਦੇ ਉੱਤੇ ਮੈਂ ਤਾਂ ਜਾਗਰੂਕ ਕੀਤਾ। ਕਹਿ ਹੀ ਨਹੀਂ ਰਿਹਾ, ਬਿਲਕੁਲ ਤੁਸੀਂ ਜਾਗਰੂਕ ਕੀਤਾ ਉਸ ਚੀਜ਼ ਲਈ। ਤਾਂ ਲੋਕ ਅਸੀਂ ਵੀ ਦੇਖਿਆ ਤੁਹਾਨੂੰ ਸ਼ੋਟ ਦੇ ਵਿੱਚ ਗੱਲ ਦੱਸ ਦਿੰਦਾ ਕਿ ਐਮਐਲਏ ਸਾਹਿਬ ਨੇ ਜਿਹੜੀ 12 ਜੁਲਾਈ 2019 ਨੂੰ ਜਿਹੜੀ ਰਾਤ ਨੂੰ ਪੈਲਸ ਦੇ ਵਿੱਚ ਇਹਨਾਂ ਨੇ ਆਪਣੇ ਹੱਥ ਨਾਲ ਗੱਠ ਮਾਰੀ ਸੀਗੀ, ਉਹ ਮੈਂ ਐਸੀ ਗੱਠ ਮਾਰਤੀ ਹੈ ਜਿਹੜੀ ਹੁਣ ਮੂੰਹ ਤੇ ਦੰਦਾਂ ਨਾਲ ਨਹੀਂ ਖੁੱਲਦੀ ਪਈ ਇਹਨਾਂ ਤੋਂ। ਓਕੇ, ਹਾਂ, ਕੀ ਹੋਇਆ ਸੀਗਾ? ਬਸ ਮਾਰੀ ਸੀ ਇਹਨਾਂ ਨੇ ਹੱਥ ਕੋਈ ਗੱਠ ਆਪਣੇ, ਉਹ ਮੈਂ ਐਸੀ ਗੱਠ ਮਾਰਤੀ ਹੈ ਹੁਣ ਆਪਣੇ ਮੂੰਹ ਦੀ ਦੰਦਾਂ ਨਾਲ ਖੋਲਣਗੇ ਜੀ। ਤੇ ਮੈਂ ਇੱਕ ਆਖਰੀ ਚੀਜ਼ ਇਹ ਪੁੱਛਣਾ ਚਾਹ ਰਿਹਾ ਸੀਗਾ ਕਿ ਇਸ ਟਾਈਮ ਐਦਾਂ ਨਹੀਂ ਹੋ ਰਿਹਾ ਕਿ ਤੁਸੀਂ ਵੀ ਇੰਨਾ ਬੋਲ ਰਹੇ ਹੋ, ਉਹ ਵੀ ਬੋਲ ਰਹੇ ਹੈ, ਕਿ ਵਿੱਚ ਵਿਚਾਲੇ ਕੁਝ ਕਈ ਦੋਸਤ ਯਾਰ ਐਦਾਂ ਦੇ ਹੁੰਦੇ ਆ, ਜਾਂ ਅਗਲਾ ਕੋਸ਼ਿਸ਼ ਕਰ ਦਿੰਦਾ ਹੁੰਦਾ ਕਿ ਦੋਸਤ ਯਾਰ ਬੜੇ ਸੀਗੇ, ਸਾਡਾ ਕੋਈ ਚੱਕਰ ਨਹੀਂ ਸੀ ਐਦਾਂ ਦਾ। ਜਿਸ ਤੱਕ ਗੇਮ ਪਹੁੰਚ ਗਈ ਹੈ ਐਦਾਂ ਦਾ ਕੁਝ ਹੋਣਾ ਨਹੀਂ ਸੀਗਾ। ਦਰਅਸਲ ਇਹਨਾਂ ਦੇ ਜਿਹੜੇ ਸਾਥੀ ਸੀਗੇ ਉਹੀ ਨਹੀਂ ਚਾਹੁੰਦੇ ਸੀਗੇ ਕਿ ਚੇਤਨ ਔਰ ਜਿਹੜਾ ਸੰਜੇ ਹੈ ਇੱਕ ਦੂਜੇ ਦੇ ਨੇੜੇ ਹੋ ਜਾਣ। ਓਕੇ, ਹਾਂ। ਸੋ ਮੈਂ ਉਹੀ ਪੁੱਛ ਰਿਹਾ, ਜਿਵੇਂ ਤੁਸੀਂ ਕਿਹਾ ਰਿਸ਼ਤੇਦਾਰੀ ਵੀ ਹੈ, ਤੇ ਕਦੀ ਰਿਸ਼ਤੇਦਾਰਾਂ ਦੀ ਸਿਫਾਰਿਸ਼ ਨਹੀਂ ਆਈ ਕਿ ਰੁਕ ਜਾਓ, ਕਿਉਂ ਕਰ ਰਹੇ ਹੋ, ਐਦਾਂ ਦੀ ਚੀਜ਼ ਹੈ?
ਕੋਈ ਟਾਈਮ ਐਸਾ ਆਇਆ ਸੀਗਾ ਕਿ ਜਿਹੜੇ ਹੁਣ ਰਿਸ਼ਤੇਦਾਰ ਆ ਉਹ ਮੇਰੇ ਘਰੇ ਗੇੜੇ ਮਾਰਦੇ ਪਏ 15 ਦਿਨ ਤੋਂ ਵੀ ਤੁਸੀਂ ਇਹਨਾਂ ਦੇ ਜਿਹੜੇ ਲਾਈਵ ਹੈ ਤੁਹਾਨੂੰ ਸਿਫਾਰਿਸ਼ਾਂ ਪੈ ਰਹੀਆਂ ਬਿਲਕੁਲ ਪੈ ਰਹੀਆਂ ਸਰ, ਜਿਹਨਾਂ ਦੇ ਜਿਹੜੇ ਲਾਈਵ ਹੈ ਇਹਨਾਂ ਦੇ ਜਿਹੜੇ ਲਾਈਵ ਤੁਸੀਂ ਪਾ ਰਹੇ ਹੋ ਵੀ ਉਹ ਨਾ ਪਾਓ ਜੀ। ਸੋ ਫਿਰ ਤੁਹਾਨੂੰ ਮਤਲਬ ਤੁਸੀਂ ਨਹੀਂ ਝੁਕੋਗੇ ਨਹੀਂ ਸਰ ਇਦਾਂ ਦਾ ਝੁਕਣ ਵਾਲਾ ਕੰਮ ਹੀ ਹੈ ਨਹੀਂ। ਤੁਹਾਨੂੰ ਮੈਂ ਗੱਲ ਦੱਸਦੀ ਹੈ ਵੀ 12 ਜੁਲਾਈ 2019 ਨੂੰ ਜਿਹੜੀ ਐਮਐਲਏ ਸਾਹਿਬ ਨੇ ਆਪਣੇ ਹੱਥ ਨਾਲ ਗੱਠ ਮਾਰੀ ਸੀ, ਉਹ ਹੱਥ ਜਿਹੜੀ ਗੱਠ ਹੈ ਇਹ ਆਪਣੇ ਦੰਦਾਂ ਨਾਲ ਖੋਲ ਕੇ ਦਿਖਾਣ ਮੈਨੂੰ ਹੁਣ। ਚਲੋ ਪਰ ਜਿੰਨੇ ਕੌਨਫੀਡੈਂਸ ਨਾਲ ਐਮਐਲਏ ਸਾਹਿਬ ਕਹਿ ਰਹੇ ਕਿ ਮੈਂ ਜਿੱਤਿਆ ਪਿਆ ਔਰ ਮੈਂ ਤਾਂ ਸੀਬੀਆਈ ਇਨਕੁਆਇਰੀ ਕਰਾਂਗਾ, ਤੁਹਾਨੂੰ ਡਰ ਨਹੀਂ ਲੱਗਦਾ? ਜਾਂਚ ਇਹ ਤਾਂ ਪਤਾ ਨਹੀਂ ਕਦੋਂ ਕਰਾਣਗੇ ਕਿ ਨਹੀਂ ਕਰਾਣਗੇ। ਚੇਤਨ ਬਵੇਜਾ ਐਸੀ ਸੀਬੀਆਈ ਦੀ ਜਾਂਚ ਕਰਵਾਊਗਾ ਕਿ ਭਾਜੜਾ ਨਾ ਪਾ ਕੇ ਰੱਖਤੀਆਂ ਤੇ ਤੁਸੀਂ ਤਾਂ ਕਹੀਓ ਸਾਡੇ ਲੁਧਿਆਣਾ ਹਲਕਾ ਪੂਰਬ ਵਿੱਚ ਜਿੰਨੀਆਂ ਅਵੈਧ ਕਲੋਨੀਆਂ ਕੱਟੀਆਂ ਗਈਆਂ ਜਾਂ ਜਿਹੜੇ ਇਹਨਾਂ ਦੇ ਪਰਿਵਾਰ ਵੱਲੋਂ ਸਨ 84 ਤੋਂ ਲੈ ਕੇ 2022 ਤੱਕ ਕਿੰਨੀਆਂ ਅਵੈਧ ਕਲੋਨੀਆਂ ਕੱਟੀਆਂ ਗਈਆਂ, ਜਾਂ ਇਹਨਾਂ ਦੇ ਜਿਹੜੇ ਪਾਰਟਨਰ ਹੈ ਜਿਹੜੇ ਸਾਊਥ ਸਿਟੀ 'ਚ ਬੈਠੇ ਹੈ ਉਹਨਾਂ ਵੱਲੋਂ ਕਿੰਨੀਆਂ ਅਵੈਧ ਕਲੋਨੀਆਂ ਕੱਟੀਆਂ ਗਈਆਂ, ਜਾਂ ਇਹਨਾਂ ਦੇ ਜਿਹੜੇ ਦੋਸਤ ਬੁੱਕੀ ਹੈ ਉਹ ਕਈ ਕਿਸਮ ਦੀ ਸਟੇਟਾਂ ਦੇ ਵਿੱਚ ਬੈਠੇ ਹੈ ਉਹਨਾਂ ਵੱਲੋਂ ਕੀ ਕੀ ਕੀਤਾ ਗਿਆ ਵੈ ਇਹਨਾਂ ਦੇ ਦੋਸਤਾਂ ਵੱਲੋਂ, ਉਹ ਮੈਂ ਸਾਰਾ ਕੁਝ ਤੁਹਾਨੂੰ ਸਾਬਤ ਕਰਾਂਗਾ। ਸੀਬੀਆਈ ਦੀ ਜਾਂਚ ਤਾਂ ਮੈਂ ਲਵਾਉਂਗਾ, ਇਹ ਪਤਾ ਨਹੀਂ ਕਦੋਂ ਲਵਾਉਣਗੇ। ਸਰ ਬੜੀ ਹੈਰਾਨੀ ਹੋਈ ਹੈ ਕਿ ਗੱਲ ਕਿੱਥੋਂ ਸ਼ੁਰੂ ਹੋਈ ਕਿੱਥੇ ਤੱਕ ਪਹੁੰਚ ਗਈ, ਤੁਸੀਂ ਤਾਂ ਹੁਣ ਬੁਕੀਆਂ ਤੱਕ ਔਰ ਹੋਰ ਵੀ। ਸਰ ਇਹਨਾਂ ਦੇ ਕਾਉਂਸਲਰ ਹੀ ਕਹਿ ਰਹੇ ਆ, ਮੈਂ ਨਹੀਂ ਕਹਿ ਰਿਹਾ। ਇਹਨਾਂ ਦੇ ਕਾਉਂਸਲਰ ਦੀ ਵੀਡੀਓ ਸੁਣੋ, ਉਹ ਕਹਿੰਦੇ ਆ ਕਿ ਸਾਡੇ ਐਮਐਲਏ ਸਾਹਿਬ ਦੇ ਨਾਲ ਜਿਹੜੇ ਸਾਥੀ ਹੈ ਉਹ ਬੁੱਕੀ ਹੈ। ਕਿਹੜੇ ਕਾਉਂਸਲਰ ਕਹਿ ਰਹੇ? ਉਮੇਸ਼ ਸ਼ਰਮੇ ਨੇ ਕਿਹਾ, ਵੀਡੀਓ ਦੇਖੋ ਉਹਦੀ। ਕਦੋਂ ਦੀ ਵੀਡੀਓ ਹੈ? ਅੱਜ ਤਕਰੀਬਨ 2-3 ਮਹੀਨੇ ਪੁਰਾਣੀ ਵੀਡੀਓ ਹੈ, ਜਦੋਂ ਉਮੇਸ਼ ਸ਼ਰਮਾ ਵਰਧਮਾਨ ਥਾਣੇ ਦੇ ਬਾਹਰ ਜਾ ਕੇ ਉਹਨੇ ਧਰਨਾ ਲਾਇਆ। ਉਹਨੇ ਸਾਫ਼ ਲਫ਼ਜ਼ਾਂ 'ਚ ਕਿਹਾ, ਸਾਰੇ ਲੁਧਿਆਣੇ ਕੋਲ ਵੀਡੀਓ ਹੈ ਕਿ ਉਹਨੇ ਸਾਫ਼ ਕਿਹਾ, ਮੈਂ ਨਹੀਂ ਕਹਿ ਰਿਹਾ, ਇਹ ਉਹ ਕਹਿੰਦਾ ਸਾਨੂੰ। ਉਹ ਜਿਹੜਾ ਉਹਨੇ ਤੁਹਾਨੂੰ ਕਹੀ ਗੱਲ, ਤਾਂ ਹੀ ਅਸੀਂ ਇਨਵੈਸਟੀਗੇਸ਼ਨ ਕਰਵਾਈ ਉਹਦੇ ਤੇ ਵੀ ਕਿਹੜੇ ਬੁੱਕੀ ਹੈ ਜੀ। ਹਾਂਜੀ ਸੋ ਤੁਸੀਂ ਕਹਿ ਰਹੇ ਹੋ, ਤੁਸੀਂ ਵੀ ਆਰੋਪ ਲਗਾ ਰਹੇ ਹੋ? ਬਿਲਕੁਲ ਆਰੋਪ ਲਗਾ ਰਹੇ ਜੀ। ਕੀ ਕਹਿਣਾ ਚਾਹੋਗੇ ਐਂਡ 'ਚ ਮੈਂ ਕਹਿਣਾ ਚਾਹੂੰਗਾ ਲੁਧਿਆਣਾ ਵਿਧਾਨ ਸਭਾ ਹਲਕਾ ਪੂਰਬੀ ਦੇ ਨਿਵਾਸੀਆਂ ਨੂੰ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਨਕਲੀ ਕਿਤਾਬ ਦਿਖਾ ਕੇ 4000 ਕਰੋੜ ਦੀ ਸਾਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਹਿੰਦੁਸਤਾਨ ਦੇ ਵਿੱਚ ਇਸ ਜੜ ਨੂੰ ਇੱਥੇ ਹੀ ਖਤਮ ਕਰ ਦਿਓ, ਪੱਟ ਕੇ ਸਿੱਟ ਦਿਓ, ਤਾਂ ਕਿ ਇਹ ਨਾ ਹੋਵੇ ਕਿ ਹਿੰਦੁਸਤਾਨ ਦੇ ਵਿੱਚ ਨਵਾਂ ਰਿਵਾਜ ਪੈਦਾ ਹੋ ਜਾਵੇ। ਬਾਕੀ ਐਮਪੀ ਦੇ ਬਾਕੀ ਵੀ ਵਿਧਾਇਕ ਵੀ ਇਸੇ ਤਰੀਕੇ ਨਾਲ ਨਕਲੀ ਕਿਤਾਬਾਂ ਸਾਨੂੰ ਸਾਡੇ ਘਰਾਂ 'ਚ ਭੇਜ ਕੇ ਗੂਗਲ ਦੀਆਂ ਫੋਟੋਆਂ ਲਗਾ ਕੇ ਭੇਜ ਕੇ ਜਿਹੜੀ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਨਾ ਕਰਨ। ਲੋਕਾਂ ਵੱਲੋਂ ਇਹ ਵੀ ਆਰੋਪ ਲਗਾਇਆ ਜਾ ਰਿਹਾ ਕਿ ਕਿਉਂਕਿ ਤੁਸੀਂ ਇੱਕ ਸ਼ਖਸੀਅਤ ਹੋ, ਸਮਾਜ ਸੇਵੀ ਵੀ ਹੋ, ਤੁਹਾਡਾ ਇੱਕ ਤੁਸੀਂ ਆਪਣਾ ਔਰਾ ਬਣਾਇਆ ਹੋਇਆ ਹੈ, ਤੋ ਲੋਕ ਇਹ ਵੀ ਕਹਿ ਰਹੇ ਕਿ ਤੁਹਾਡੀ ਫੈਨ ਫੋਲੋਇੰਗ ਜਾਂ ਤੁਹਾਡੇ ਜਿਹੜਾ ਇੱਕ ਜਿਹੜੀ ਸਮਾਜ ਸੇਵਾ ਦੀ ਇੱਕ ਤੁਹਾਡੀ ਉਹ ਬਣੀ ਹੋਈ ਹੈ ਆਈਡੀਅਲ, ਤੁਹਾਡੀ ਇੱਕ ਪਹਿਚਾਣ ਬਣੀ ਹੋਈ ਹੈ, ਉਹਨੂੰ ਇਨਕੈਸ਼ ਕਰਨ ਲਈ ਜਿਹੜੇ ਵਿਰੋਧੀ ਧੜਾ ਉਹ ਤੁਹਾਨੂੰ ਪ੍ਰਲੋਭਨ ਦੇ ਕੇ ਕਿਸੇ ਤਰੀਕੇ ਸੰਜੇ ਦੇ ਅਗੇਂਸਟ ਭੜਕਾ ਵੀ ਸਕਦੇ ਆ। ਜਾਂ ਚੁਣਾਵਾਂ 'ਚ ਅਕਸਰ ਅਸੀਂ ਦੇਖਦੇ ਹਾਂ ਬਹੁਤ ਸਾਰੇ ਇੱਦਾਂ ਦੇ ਵੀ ਲੋਕ ਹੁੰਦੇ ਹੈ, ਸੋ ਇੱਦਾਂ ਦੇ ਵੀ ਆਰੋਪ ਲੱਗ ਰਹੇ। ਮੈਨੂੰ ਨਹੀਂ ਕਿਸੇ ਨੇ ਭੜਕਾਇਆ, ਮੈਨੂੰ ਤਾਂ ਐਮਐਲਏ ਸਾਹਿਬ ਹੀ ਮੇਰੇ ਮਗਰ ਪਏ ਹੋਏ ਸੀਗੇ 2017 ਤੋਂ। ਕਦੀ ਮੈਨੂੰ ਦਫ਼ਤਰ ਬੁਲਾਉਂਦੇ ਸੀਗੇ, ਕਿੱਦਾਂ ਦੀਆਂ ਗੱਲਾਂ ਕਰਦੇ ਸੀ, ਇੱਕ ਮੈਂ ਰਿਕਾਰਡਿੰਗ ਤੁਹਾਨੂੰ ਦੇ ਵੀ ਦਿੱਤੀ ਹੈ। ਬਾਕੀ ਐਮਐਲਏ ਸਾਹਿਬ ਫੈਕਟਰੀਆਂ ਤੋਂ ਕੀ ਚਾਹੁੰਦੇ, ਇਹਨਾਂ ਦੇ ਬੰਦੇ ਕੀ ਚਾਹੁੰਦੇ, ਮੈਂ ਤੁਹਾਨੂੰ ਉਹ ਵੀ ਦਿਖਾਤਾ। ਠੀਕ ਹੈ, ਥੈਂਕ ਯੂ ਸਰ। ਥੈਂਕ ਯੂ। ਸੋ ਦੋਸਤੋ, ਇਹ ਸੀਗਾ ਚੇਤਨ ਬਵੇਜਾ ਜੀ ਦਾ ਜਿਹੜੇ ਕਿ ਆਰੋਪ ਜਿਹੜਾ ਕਿ ਇਹਨਾਂ ਨੇ ਆਪਣੇ ਸੰਜੇ ਤਲਵਾਰ, ਜੀ ਹਾਂ ਐਮਐਲਏ ਜਿਹੜੇ ਦੇ ਉਮੀਦਵਾਰ ਹੈਗੇ, ਐਮਐਲਏ ਦੇ ਉਮੀਦਵਾਰ ਕਾਂਗਰਸ ਦੇ, ਉਹਨਾਂ ਵੱਲੋਂ ਲਗਾਏ ਗਏ ਆਰੋਪਾਂ 'ਤੇ ਇਹਨਾਂ ਨੇ ਆਪਣਾ ਪੱਖ ਰੱਖਿਆ ਔਰ ਇਹਨਾਂ ਨੇ ਸਰੇਆਮ ਆਰੋਪ ਲਗਾਏ ਹੈਗੇ ਕਿ ਸੰਜੇ ਤਲਵਾਰ ਜੀ 'ਤੇ ਬਹੁਤ ਵੱਡੇ ਆਰੋਪ ਲਗਾਏ ਹੈ, ਬਹੁਤ ਤਰ੍ਹਾਂ ਦੇ ਆਰੋਪ ਲਗਾਏ ਹੈ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਣੇ ਰਹੋ ਜਨ ਹਿਤੈਸ਼ੀ। ਧੰਨਵਾਦ।